ਰੋਜ਼ਾਨਾ ਲੋਕ ਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਪ੍ਰਾਈਮ ਮੁੱਦਾ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜਿਆ, ਪੰਜਾਬ ਦੇ ਨਾਲ ਜੁੜਿਆ ਇੱਕ ਅਹਿਮ ਮੁੱਦਾ। ਗੱਲਬਾਤ ਕਰਾਂਗੇ ਕਿ ਅੱਜ ਮਾਨ ਸਰਕਾਰ ਦੇ ਵੱਲੋਂ ਆਪਣਾ ਜਿਹੜਾ ਪਹਿਲਾ 3 ਮਹੀਨਿਆਂ ਦੇ ਲਈ ਜਿਹੜਾ ਬਜਟ ਹੁੰਦਾ ਉਹ ਪੇਸ਼ ਕੀਤਾ ਗਿਆ ਹੈ ਤੇ ਉਸ ਬਜਟ ਦੀ ਜਿਹੜੀ ਕੀਮਤ ਹੈ ਉਹ ਹੈ 37,120 ਕਰੋੜ ਤੋਂ ਜ਼ਿਆਦਾ ਦਾ ਜਿਹੜਾ ਇਹ ਬਜਟ ਹੈ। ਤੇ ਇਸ ਬਜਟ ਤੇ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਉੱਘੇ ਅਰਥ ਸ਼ਾਸਤਰੀ ਡਾਕਟਰ ਰਣਜੀਤ ਸਿੰਘ ਘੁੰਮਣ ਸਾਹਿਬ ਜੁੜੇ ਹੋਏ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਥੈਂਕ ਯੂ ਜੀ, ਥੈਂਕ ਯੂ। ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਵਾਂ ਕਿ ਡਾਕਟਰ ਸਾਹਿਬ ਉੱਘੇ ਅਰਥ ਸ਼ਾਸਤਰੀ ਨੇ ਤੇ ਪੰਜਾਬ ਦੇ ਵਿੱਤੀ ਹਾਲਾਤਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਸਮਝਦੇ ਨੇ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜਿੱਥੇ ਇਸ ਬਜਟ ਦੇ ਬਾਰੇ ਤੇ ਉੱਥੇ ਹੀ ਗੱਲਬਾਤ ਕਰਾਂਗੇ ਪੰਜਾਬ ਦੇ ਵਿੱਤੀ ਸੰਕਟ ਦੇ ਬਾਰੇ ਵੀ, ਕਿਉਂਕਿ ਬਹੁਤ ਸਾਰੇ ਲੋਕ ਇਹ ਗੱਲਾਂ ਕਰ ਰਹੇ ਨੇ ਕਿ ਸਰਕਾਰ ਜਿਹੜੀ ਹੈ ਉਹ ਬਹੁਤ ਹੀ ਦੇਰ ਚੰਗੇ ਤਰੀਕੇ ਦੇ ਨਾਲ ਚੱਲ ਨਹੀਂ ਪਾਊਗੀ, ਕਿਉਂਕਿ ਰਾਜਪਾਲ ਦੇ ਭਾਸ਼ਣ ਦੇ ਅਨੁਸਾਰ ਜੇ ਮੈਂ ਗੱਲ ਕਰਾਂ 3.5 ਲੱਖ ਕਰੋੜ ਦਾ ਜਿਹੜਾ ਕਰਜ਼ਾ ਹੈ ਪੰਜਾਬ ਦੇ ਉੱਪਰ ਤੇ ਉੱਪਰ ਦੀ ਜਿਹੜੀਆਂ ਪੰਜਾਬ ਸਰਕਾਰ ਨੇ ਵਾਅਦੇ ਜਿਹੜੇ ਕੀਤੇ ਹੋਇਆ ਪੰਜਾਬ ਦੇ ਲੋਕਾਂ ਦੇ ਨਾਲ ਉਹ ਵੀ ਬੜੇ ਮੋਟੇ ਵਾਅਦੇ ਨੇ। ਉਹ ਕਿਸ ਤਰੀਕੇ ਦੇ ਨਾਲ ਪੂਰੇ ਹੋਣਗੇ, ਸਰਕਾਰ ਸਹੀ ਤਰੀਕੇ ਦੇ ਨਾਲ ਚੱਲ ਪਾਊਗੀ ਜਾਂ ਨਹੀਂ, ਲੋਕਾਂ ਦੇ ਜਿਹੜੇ ਕੀਤੇ ਹੋਏ ਵਾਅਦੇ ਆ ਕਿ ਉਹ ਸਰਕਾਰ ਵਿੱਤੀ ਹਾਲਾਤਾਂ ਨੂੰ ਦੇਖਦਿਆਂ ਪੂਰੇ ਕਰ ਪਾਊਗੀ ਜਾਂ ਨਹੀਂ, ਇਹਨਾਂ ਸਾਰੀਆਂ ਖਬਰਾਂ ਤੇ ਗੱਲਬਾਤ ਕਰਾਂਗੇ। ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਜਾਣਨਾ ਚਾਹੂੰਗਾ ਕਿ ਹਾਲਾਂਕਿ ਅਸੀਂ ਇਸ ਨੂੰ ਬਜਟ ਕਹਿ ਰਹੇ ਹਾਂ, ਤੁਸੀਂ ਆਪਣੀ ਭਾਸ਼ਾ ਦੇ ਵਿੱਚ ਤੁਸੀਂ ਸਹੀ ਤਰੀਕੇ ਦੇ ਨਾਲ ਜਿਹੜਾ ਦੱਸ ਰਹੇ ਹੋ ਕਿ ਇਹ ਕੀ ਹੈ, ਉਹ ਇੱਕ ਤਾਂ ਉਹ ਦੱਸ ਦਿਓ ਤੇ ਇਸ ਬਜਟ ਨੂੰ ਤੁਸੀਂ ਦੇਖਦੇ ਕਿਵੇਂ ਹੋ? ਦੇਖੋ ਸੁਖਵਿੰਦਰ ਜੀ, ਇਦਾਂ ਹੈ ਕਿ ਇਹ ਬਜਟ ਨਹੀਂ ਹੈ, ਇਹ ਵੋਟ ਔਨ ਅਕਾਊਂਟ ਹੈ ਜੀ। ਮੈਂ ਆਪਣੇ ਵਿਊਅਰਸ ਨੂੰ ਤੁਹਾਡੇ ਮਾਧਿਅਮ ਰਾਹੀਂ ਇਹ ਦੱਸਣਾ ਚਾਹਾਂਗਾ ਜੀ ਕਿ ਜਦੋਂ ਵੀ ਪੰਜਾਬ ਸਰਕਾਰ ਨੇ ਕੋਈ ਪੈਸਾ ਖਰਚ ਕਰਨਾ ਹੈ ਤਾਂ ਉਹਦੇ ਵਾਸਤੇ ਲੈਜਿਸਲੇਚਰ ਅਸੈਂਬਲੀ ਦੀ ਪਰਮਿਸ਼ਨ ਜ਼ਰੂਰੀ ਹੈ, ਕਿਉਂਕਿ 31 ਮਾਰਚ 2022 ਨੂੰ ਜਿਹੜਾ ਵਿੱਤੀ ਸਾਲ ਖਤਮ ਹੋਣ ਵਾਲਾ ਤੇ 1 ਅਪ੍ਰੈਲ 2022 ਨੂੰ ਨਵਾਂ ਵਿੱਤੀ ਸਾਲ ਸ਼ੁਰੂ ਹੋਣ ਵਾਲਾ ਜੀ। ਔਰ ਇਹ ਤਾਂ ਹੋ ਨਹੀਂ ਸਕਦਾ, ਸਰਕਾਰ ਦਾ ਕੰਮ ਤਾਂ ਇੱਕ ਦਿਨ 1 ਮਿੰਟ ਵੀ ਨਹੀਂ ਚੱਲਦਾ ਪੈਸੇ ਤੋਂ ਬਿਨਾਂ ਜੀ। ਬਿਲਕੁਲ ਬਿਲਕੁਲ ਬਿਲਕੁਲ। ਸੋ ਇਸ ਕਰਕੇ ਇਹ ਕਿਉਂਕਿ ਸਰਕਾਰ ਅਜੇ ਨਵੀਂ ਬਣੀ ਹੈ, ਇਹਨਾਂ ਨੂੰ ਅਜੇ ਟਾਈਮ ਨਹੀਂ ਮਿਲਿਆ ਪੂਰਾ ਬਜਟ ਤਿਆਰ ਕਰਨ ਦਾ, ਕਿਉਂਕਿ ਬਜਟ ਤਿਆਰ ਕਰਨ ਲਈ ਤਾਂ ਕਈ ਵਾਰੀ ਸਾਲਾਂ ਬੱਧੀ ਲੱਗ ਜਾਂਦੇ ਨੇ। ਬਿਲਕੁਲ ਬਿਲਕੁਲ। ਪਰ ਮੈਨੂੰ ਲੱਗਦਾ ਕਿ 3 ਮਹੀਨਿਆਂ ਤੋਂ ਪਹਿਲਾਂ ਹੀ ਆਪਣਾ ਜਿਹੜਾ ਪੂਰਾ ਬਜਟ ਹੈ ਉਹ ਤਿਆਰ ਕਰ ਲੈਣਗੇ। ਉਹਦੇ ਚ ਬੜੇ ਹੈਡਸ ਹੁੰਦੇ ਨੇ ਕਿ ਬਜਟ ਦਾ ਪੈਸਾ ਕਿੱਥੋਂ ਕਿੱਥੋਂ ਆਉਣਾ ਸਾਡੇ ਖਜ਼ਾਨੇ 'ਚ, ਅਸੀਂ ਉਹ ਇੱਕ ਪੈਸਾ ਕਿੱਥੇ ਖਰਚਣਾ ਹੈ। ਬਿਲਕੁਲ। ਜਿਵੇਂ ਤੁਸੀਂ ਪਿਛਲੇ ਬਜਟ ਵਿੱਚ ਦੇਖਦੇ ਰਹੇ ਹੋ, ਪੰਜਾਬ ਸਰਕਾਰ ਦੇ ਵੀ ਕੇਂਦਰ ਸਰਕਾਰ ਦੇ ਵੀ, ਕਿ ਇੱਕ ਪਾਈ ਦਾ ਪੈਸੇ ਦਾ ਹਿਸਾਬ ਹੁੰਦਾ ਹੈ, ਕਿਹੜੇ ਕਿਹੜੇ ਹੈਡ ਤੋਂ ਹੋਣਾ, ਕਿਹੜੇ ਕਿਹੜੇ ਹੈਡ ਤੇ ਖਰਚਣਾ। ਇਹ ਜਿਹੜਾ ਕਿਉਂਕਿ ਇਸ ਨੂੰ ਅਸੀਂ ਕਹਿੰਦੇ ਹਾਂ ਵੋਟ ਔਨ ਅਕਾਊਂਟ ਜੀ, ਇਹ ਪੂਰਾ ਬਜਟ ਨਹੀਂ ਹੈ। ਵੋਟ ਔਨ ਅਕਾਊਂਟ ਇਹ ਹੈ ਕਿ ਹਾਊਸ ਨੇ ਮਾਨ ਸਰਕਾਰ ਨੂੰ ਇਹ ਪਰਮਿਸ਼ਨ ਦੇ ਦਿੱਤੀ ਹੈ ਕਿ ਤੁਸੀਂ ਭਾਈ 3 ਮਹੀਨਿਆਂ ਲਈ ਬਿਨਾਂ ਪੂਰਾ ਬਜਟ ਪੇਸ਼ ਕਰਨ ਤੋਂ 37,120 ਕਰੋੜ 23,76,000 ਰੁਪਏ ਖਰਚ ਕਰ ਸਕਦੇ ਹੋ 3 ਮਹੀਨਿਆਂ 'ਚ ਜੀ। ਹੁਣ ਅਗਲਾ ਮੁੱਦਾ ਇਹ ਹੈ ਕਿ 3 ਮਹੀਨਿਆਂ 'ਚ ਇਹਨਾਂ ਨੇ ਕਿਹੜੇ ਹੈਡ ਤੇ ਕੁਝ ਸਰਕਾਰ ਦੇ ਜਿਹੜੇ ਨਾ ਕਮਿਟਡ ਐਕਸਪੈਂਡੀਚਰ ਹੁੰਦੇ ਨੇ ਜੀ ਜੀ, ਜਿਵੇਂ ਤਨਖਾਹਾਂ ਨੇ, ਪੈਨਸ਼ਨਾਂ ਨੇ, ਕਰਜ਼ੇ ਤੇ ਜਿਹੜਾ ਵਿਆਜ ਹੈ ਉਹ, ਇਹ ਕਮਿਟਡ ਐਕਸਪੈਂਡੀਚਰ ਨੇ, ਇਹਨਾਂ ਤੋਂ ਸਰਕਾਰ ਭੱਜ ਨਹੀਂ ਸਕਦੀ ਜੀ। ਬਿਲਕੁਲ। ਇਸ ਕਰਕੇ ਸਰਕਾਰ ਨੂੰ ਉਹ ਕਮਿਟਡ ਐਕਸਪੈਂਡੀਚਰ ਲਈ ਪਰਮਿਸ਼ਨ ਲੈਣੀ। ਕੁਝ ਇਹਨਾਂ ਨੇ ਹੋਰ ਵਿਕਾਸ ਤੇ ਤਾਂ ਅਜੇ ਕੋਈ ਰੋਡ ਮੈਪ ਬਣਾਉਣਗੇ, ਅਜੇ ਤੱਕ ਕੋਈ ਨਹੀਂ ਹੈ, ਤੇ ਕੁਝ ਖਰਚੇ ਇਹਨਾਂ ਨੇ ਉਸ ਤੋਂ ਇਲਾਵਾ ਵੀ ਕਰਨੇ ਹੁੰਦੇ ਨੇ। ਕੋਈ ਕਈ ਵਾਰੀ ਕੋਈ ਕੰਟੀਨਜੈਂਟ ਮਤਲਬ ਇਹੋ ਜਿਹੀ ਸਿਚੁਏਸ਼ਨ, ਯਾਨੀ ਮੈਂ ਸੌਖੀ ਭਾਸ਼ਾ ਦੇ ਵਿੱਚ ਡਾਕਟਰ ਸਾਹਿਬ ਜੇ ਮੈਂ ਕਹਾਂ ਤੁਹਾਡੇ ਕਹਿਣ ਦੇ ਮੁਤਾਬਕ ਇਹ ਹੈ ਕਿ ਇਹ ਬਜਟ ਨਹੀਂ ਹੈ, ਵੋਟ ਔਨ ਅਕਾਊਂਟ ਉਹ ਹੈ ਜਿਹੜਾ ਸਰਕਾਰ ਨੂੰ ਪੈਸਾ ਚਾਹੀਦਾ ਹੁੰਦਾ ਖਰਚ ਕਰਨ ਦੇ ਲਈ, ਤੇ ਇੰਨਾ ਪੈਸੇ ਦੀ ਪਰਮਿਸ਼ਨ ਇਹਨਾਂ ਨੇ ਲੈ ਲਈ ਹੈ ਕਿ ਭਾਈ ਸਾਨੂੰ ਇੰਨਾ ਪੈਸਾ ਜਿਹੜਾ ਚਾਹੀਦਾ ਖਰਚ ਕਰਨ ਦੇ ਲਈ, ਤਨਖਾਹਾਂ ਦੇ ਲਈ ਜਾਂ ਹੋਰ ਰਾਜ ਪ੍ਰਬੰਧ ਨੂੰ ਚਲਾਉਣ ਦੇ ਲਈ, ਤੁਹਾਡੇ ਕਹਿਣ ਦਾ ਭਾਵ। ਬਿਲਕੁਲ ਬਿਲਕੁਲ ਬਿਲਕੁਲ। ਸੋ ਇਸ ਕਰਕੇ ਇਹਨਾਂ ਨੇ 3 ਮਹੀਨਿਆਂ ਲਈ ਇਹ ਪਰਮਿਸ਼ਨ ਲੈ ਲਈ ਹੈ। ਹੁਣ 3 ਮਹੀਨਿਆਂ 'ਚ ਇਹ ਪੂਰਾ ਬਜਟ ਤਿਆਰ ਕਰਨਗੇ, ਫਿਰ ਵਿਧਾਨ ਸਭਾ 'ਚ ਪੇਸ਼ ਕਰਨਗੇ, ਉਸ ਤੇ ਬਹਿਸ ਹੋਏਗੀ, ਫਿਰ ਪਾਸ ਹੋਏਗਾ, ਫਿਰ ਉਹ ਲਾਗੂ ਹੋਏਗਾ। ਸੋ ਇਹ ਇੱਕ ਪ੍ਰੋਸੈਸ ਹੈ ਜਿਹੜਾ ਇਹਨਾਂ ਨੇ ਕਰਨਾ ਹੈ। ਬਿਲਕੁਲ। ਡਾਕਟਰ ਸਾਹਿਬ ਤੁਸੀਂ ਅੱਗੇ ਜੀ 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 ਤੁਸੀਂ ਗੱਲ ਕਰੋ ਜੀ, ਤੁਸੀਂ ਗੱਲ ਕਰੋ ਜੀ।
ਇਹਦੇ ਵਿੱਚ ਇੱਕ ਗੱਲ ਜਿਹੜੀ ਹੋਰ ਬਹੁਤ ਇੰਪੋਰਟੈਂਟ ਹੈ ਕਿ ਜੀ ਪਿਛਲੇ ਸਾਲਾਂ ਦਾ ਜਿਹੜਾ ਬਜਟ ਐਸਟੀਮੇਟ ਸਾਡਾ ਰਿਹਾ ਹੈ, ਜੀ ਇੱਕ ਜਾਂ ਆਪਾਂ 21-22 ਦਾ ਬਜਟ ਐਸਟੀਮੇਟ ਸੀ ਲੈ ਲਈਏ, ਜੀ। ਤਾਂ ਉਹ ਕੋਈ 95,000 ਕਰੋੜ ਪੂਰੇ 12 ਮਹੀਨਿਆਂ ਦਾ ਸੀ। ਅੱਛਾ। ਮੀਨਸ ਕਿ ਇਹਦੇ ਵਿੱਚ ਕੋਈ ਮਤਲਬ ਲਾ ਲਓ ਕਿ 8,000 ਕਰੋੜ ਮਹੀਨੇ ਦਾ, 896 ਹੋ ਜਾਂਦੇ ਨੇ। ਜੀ। ਠੀਕ ਹੈ। ਇਹ ਜਿਹੜਾ ਬਜਟ ਹੈ 37,120 ਦਾ, ਇਹਦੇ ਵਿੱਚ 12,000 ਕਰੋੜ ਮਹੀਨੇ ਤੋਂ ਵੀ ਵੱਧ ਬਣਦਾ ਹੈ। ਬਿਲਕੁਲ ਬਿਲਕੁਲ ਬਿਲਕੁਲ। 3 ਮਹੀਨਿਆਂ ਨੂੰ। ਦੂਸਰਾ ਸਵਾਲ ਇਹ ਬੜਾ ਅਹਿਮ ਰਿਹਾ ਪਿਛਲੇ ਸਾਲਾਂ 'ਚ, ਬਹੁਤ ਕਈ ਦਹਾਕਿਆਂ ਤੋਂ ਹੀ ਲੈ ਲਓ ਕਿ ਖਾਸ ਕਰਕੇ ਪਿਛਲੇ 15-20 ਸਾਲਾਂ ਤੋਂ, ਕਿ ਜਿੰਨਾ ਬਜਟ ਐਸਟੀਮੇਟਸ ਬਜਟ ਵਿੱਚ ਦੱਸੇ ਜਾਂਦੇ ਨੇ, ਉਸ ਤੋਂ 20-25% ਘੱਟ ਰੈਵਨਿਊ ਆਉਂਦਾ ਹੈ। ਜੀ। ਜਿਵੇਂ ਇਸ ਸਾਲ 95,000 ਕਰੋੜ ਦਾ ਬਜਟ ਸੀ, ਐਸਟੀਮੇਟ ਸੀਗੇ, ਪਰ ਅਜੇ ਤੱਕ ਮੈਨੂੰ ਲੱਗਦਾ ਹੈ ਕਿ 70,000 ਕਰੋੜ ਤੋਂ ਜ਼ਿਆਦਾ ਪੈਸਾ ਖਜ਼ਾਨੇ 'ਚ ਨਹੀਂ ਆਇਆ। ਇਹਦਾ ਮਤਲਬ ਹੈ ਕਿ ਜਿਹੜਾ ਕਿ 25,000 ਕਰੋੜ ਰੁਪਇਆ ਹੋਰ ਆਉਣਾ ਚਾਹੀਦਾ ਸੀ, ਉਹ ਨਹੀਂ ਆਇਆ, ਤੇ ਸਾਲ ਖਤਮ ਹੋਣ 'ਚ ਤਾਂ 8 ਦਿਨ ਹੀ ਰਹਿ ਗਏ ਨੇ, 9 ਦਿਨ। ਠੀਕ ਹੈ। 9 ਦਿਨਾਂ 'ਚ ਕਿੰਨਾ ਪੈਸਾ ਹੋਰ ਆ ਜਾਏਗਾ, ਇਹ ਮੈਨੂੰ ਨਹੀਂ ਉਮੀਦ ਕਿ ਬਹੁਤ ਜ਼ਿਆਦਾ ਆਉਣ ਵਾਲਾ ਹੈ, ਕਿਉਂਕਿ ਇਸ ਵਾਰੀ ਐਕਸਾਈਜ਼ ਪਾਲਿਸੀ ਜਿਹੜੀ ਹੈ ਇਹਨਾਂ ਨੇ ਨਵੀਂ ਬਣਾਉਣੀ ਸੀ, ਜਿਹਦੇ ਵਿੱਚ ਇਹਨਾਂ ਨੇ ਮੈਨੀਫੈਸਟੋ ਵਿੱਚ ਵੀ, ਹੋਰ ਵੀ ਮਾਹਿਰ ਕਹਿੰਦੇ ਨੇ, ਹੋਰ ਪਾਰਟੀਆਂ ਨੇ ਵੀ, ਕਿ ਅਸੀਂ ਵੱਖ-ਵੱਖ ਜਿਹੜੇ ਸਰੋਤ ਨੇ ਉੱਥੋਂ ਪੈਸਾ ਵੱਧ ਲਿਆਵਾਂਗੇ। ਪਹਿਲੀਆਂ ਸਰਕਾਰਾਂ ਘੱਟ ਇਕੱਠੇ ਕਰਦੀਆਂ ਰਹੇ ਨੇ। ਡਾਕਟਰ ਸਾਹਿਬ, ਜਿਹੜਾ ਫਿਰ ਘਾਟਾ ਪੈ ਜਾਂਦਾ, ਇਹ ਫਿਰ ਕਿਵੇਂ ਪੂਰਾ ਹੁੰਦਾ, ਕਿੱਧਰ ਨੂੰ ਜਾਂਦਾ ਤੇ ਕਿੱਦਾਂ ਹੁੰਦਾ ਫਿਰ? ਜਿਵੇਂ ਤੁਸੀਂ ਕਹਿ ਰਹੇ ਹੋ ਕਿ 70,000 ਕਰੋੜ ਰੁਪਇਆ ਆਇਆ ਤੇ 25,000 ਕਰੋੜ ਦਾ ਘਾਟਾ ਜਿਹੜਾ ਹੋ ਸਕਦਾ ਹੈ, ਤੇ ਜੇ ਮੰਨ ਲਓ ਆਪਾਂ ਫਰਜ਼ ਕਰ ਲਓ, ਆਪਾਂ ਉਦਾਹਰਨ ਦੇ ਤੌਰ ਤੇ 5 ਕਰੋੜ ਵੀ ਆਪਾਂ ਕਹਿ ਦਈਏ ਕਿ ਹੋਰ ਜਿਹੜਾ ਆ ਸਕਦਾ ਹੈ, ਤੇ ਜਿਹੜਾ ਉਹ 20 ਕਰੋੜ ਦਾ ਘਾਟਾ ਹੋਊਗਾ, ਉਹ ਕਿਵੇਂ ਪੂਰਾ ਹੋਊ ਫਿਰ? ਉਹ ਅਗਲੇ ਬਜਟ ਦੇ ਵਿੱਚ ਕਿਵੇਂ ਕੀ ਹਿਸਾਬ ਕਿਤਾਬ ਹੈ? ਨਹੀਂ, ਐਦਾਂ ਨਹੀਂ ਹੁੰਦਾ ਜੀ। ਇਹਦੇ ਵਿੱਚ 2-3 ਚੀਜ਼ਾਂ ਜਿਹੜੇ ਬਹੁਤ ਇੰਪੋਰਟੈਂਟ ਹੁੰਦੀਆਂ ਨੇ, ਕਿ ਜਿਵੇਂ ਬਜਟਡ ਐਕਸਪੈਂਡੀਚਰ ਵੱਖ-ਵੱਖ ਐਜੂਕੇਸ਼ਨ ਤੇ, ਹੈਲਥ ਤੇ, ਇੰਡਸਟਰੀ ਤੇ, ਖੇਤੀ ਤੇ, ਤਨਖਾਹਾਂ ਤੇ, ਹੋਰ ਜਿਹੜੇ ਕਮਿਟਡ ਐਕਸਪੈਂਡੀਚਰ ਉਹਨਾਂ ਦੇ ਹੁੰਦਾ ਕਿ ਇੰਨਾ ਖਰਚਾ ਅਸੀਂ ਕਰਾਂਗੇ। ਉਹ ਖਰਚਿਆਂ 'ਚ ਕਮਿਟਡ ਐਕਸਪੈਂਡੀਚਰ ਨੂੰ ਛੱਡ ਕੇ ਕਟੌਤੀਆਂ ਹੁੰਦੀਆਂ ਨੇ, ਖਾਸ ਕਰਕੇ ਜਿਹੜਾ ਸਾਲ ਦਾ ਲਾਸਟ ਕੁਆਟਰ ਹੁੰਦਾ ਹੈ, ਉਹਦੇ ਵਿੱਚ ਜਨਵਰੀ, ਫਰਵਰੀ, ਮਾਰਚ ਦੇ ਵਿੱਚ ਫਿਰ ਕਟੌਤੀਆਂ ਵੀ ਹੁੰਦੀਆਂ। ਸੋ ਇਹ ਭਾਰ ਕਈ ਵਾਰੀ ਜਿਹੜਾ ਉਹ ਪੈ ਜਾਂਦਾ ਕਿ ਤੁਹਾਡੇ ਕੋਲ ਵਿਕਾਸ ਲਈ ਫੰਡ ਨਹੀਂ ਬਚਦੇ, ਤੁਹਾਡੇ ਕੋਲ ਜਿਹੜਾ ਐਜੂਕੇਸ਼ਨ ਹੈਲਥ ਵਾਸਤੇ ਫੰਡ ਨਹੀਂ ਬਚਦੇ। ਸੋ ਉੱਥੇ ਹੁੰਦਾ ਹੈ। ਦੂਸਰਾ ਇਹ ਹੈ ਕਿ ਇਹ ਅਗਲੇ ਸਾਲ 'ਚ ਨਹੀਂ ਘਾਟਾ ਪੈਂਦਾ, ਕਈ ਵਾਰੀ ਇਹੋ ਜਿਹੇ ਐਕਸਪੈਂਸਿਸ ਜ਼ਰੂਰੀ ਕਰਨੇ ਹੁੰਦੇ ਨੇ, ਤੇ ਫਿਰ ਸਰਕਾਰ ਕਰਜ਼ਾ ਵੀ ਚੁੱਕਦੀ ਹੈ, ਤੇ ਕਰਜ਼ਾ ਜਿਹੜਾ ਬੋਝ ਹੈ ਉਹ ਲੋਕਾਂ ਦੇ ਪੈ ਜਾਂਦਾ। ਯਾਨੀ ਕਹਿਣ ਦਾ ਭਾਵ ਹੋਰ ਜ਼ਿਆਦਾ ਤੋਂ ਜ਼ਿਆਦਾ ਸਾਰਾ ਲੋਕਾਂ ਤੇ ਪੈਣਾ ਹੁੰਦਾ। ਪਰ ਡਾਕਟਰ ਸਾਹਿਬ, ਇਹ ਗੱਲ ਇਦਾਂ ਨਹੀਂ ਹੈ, ਇਹਦੇ 'ਚ ਤਾਂ ਕੋਈ ਰੌਲਾ ਹੀ ਨਹੀਂ ਕਿ ਲੋਕਾਂ ਦੇ ਹੀ ਪੈਣਾ ਹੈ। ਨਹੀਂ, ਬਿਲਕੁਲ ਡਾਕਟਰ ਸਾਹਿਬ, ਜਿਹੜੀ ਮੈਂ ਗੱਲ ਕਰ ਰਿਹਾ, ਜਿਵੇਂ ਇਹਨਾਂ ਨੇ 95,000 ਕਰੋੜ ਦਾ ਬਜਟ ਬਣਾਇਆ, ਤੇ ਉਹ ਜਿਹੜਾ ਇਕੱਠਾ ਵੀ 95 ਕਰਨਾ ਸੀਗਾ, ਤੇ ਉਹ ਜਿਹੜਾ ਸਰਕਾਰੀ ਖਜ਼ਾਨੇ ਦੇ ਵਿੱਚ ਆਉਣ ਦੀ ਬਜਾਏ ਜਿਹੜਾ ਪੈਸਾ ਮਾਫੀਆ ਦੇ ਕਰਕੇ ਪ੍ਰਾਈਵੇਟ ਜੇਬਾਂ ਚਲ ਜਾਂਦਾ, ਸਰਕਾਰ ਦੀ ਨਲਾਇਕੀ ਦੇ ਕਾਰਨ ਸਾਰਾ ਬੋਝ ਫਿਰ ਘਾਟੇ ਦਾ ਲੋਕਾਂ ਤੇ ਜਾਂਦਾ। ਦੇਖੋ, ਐਕਚੁਅਲੀ ਇੱਕ ਪਿਛਲੇ ਘੱਟੋ ਘੱਟ 20-25 ਸਾਲਾਂ 'ਚ ਕਨੈਕਸਸ ਤਿਆਰ ਹੋ ਗਿਆ ਕਿ ਜਿੰਨਾ ਸੰਭਾਵਤ ਪੈਸਾ ਕੰਸੋਲੀਡੇਟਡ ਫੰਡ ਦੇ ਵਿੱਚ ਆਉਣਾ ਹੁੰਦਾ ਸਟੇਟ ਦੇ ਖਜ਼ਾਨੇ 'ਚ, ਉਹ ਨਹੀਂ ਆਉਂਦਾ। ਉਹ ਵੱਖ-ਵੱਖ ਮਾਹਿਰਾਂ ਨੇ, ਐਕਸਪਰਟਸ ਨੇ ਉਹਦੇ ਅੰਦਾਜ਼ੇ ਵੀ ਲਾਏ ਹੈ। ਮੈਂ ਵੀ ਇਸ ਤੇ ਕੁਝ ਕੰਮ ਕੀਤਾ ਹੈ, ਔਰ ਮੇਰੇ ਮੁਤਾਬਕ ਕੋਈ 25 ਤੋਂ 28,000 ਕਰੋੜ ਰੁਪਈਆ ਸਾਲਾਨਾ ਜਿਹੜਾ ਹੈ, ਬਿਨਾਂ ਕੋਈ ਨਵਾਂ ਟੈਕਸ ਲਾਉਣ ਤੋਂ ਸਰਕਾਰੀ ਖਜ਼ਾਨੇ ਵਿੱਚ ਆ ਸਕਦਾ ਹੈ। ਦੂਸਰਾ ਜਿਹੜਾ ਮੈਂ ਇਹ ਵੀ ਕਹਾਂਗਾ ਕਿ ਮੈਂ ਸਬਸਿਡੀ ਦੇ ਜਾਂ ਮੁਫਤ ਸਹੂਲਤਾਂ ਦੇ ਉਲਟ ਨਹੀਂ ਹਾਂ, ਪਰ ਹਰ ਵਰਗ ਨੂੰ ਜਿਹੜਾ ਸਹਿੰਦਾ ਹੈ, ਜਿਹੜਾ ਦੇ ਸਕਦਾ ਹੈ, ਜਿਹਨੂੰ ਮੁਫਤ ਸਹੂਲਤ ਨਹੀਂ ਚਾਹੀਦੀ ਜਾਂ ਜਿਹਨੂੰ ਸਬਸਿਡੀ ਨਹੀਂ ਚਾਹੀਦੀ, ਉਹਨੂੰ ਕਿਉਂ ਦਿੱਤੀ ਜਾਵੇ। ਇੱਕ ਤਾਂ ਇਹ ਹੈ। ਦੂਜਾ ਹਿੱਸਾ ਹੈ ਕਿ ਯਾਨੀ ਜਿਹਦਾ ਸਰ ਸਕਦਾ ਉਹ ਸਾਰ ਲਵੇ। ਰੁਪਈਆ ਇਕੱਠਾ ਨਹੀਂ ਹੋ ਰਿਹਾ, ਤੇ ਉਹ ਕਿਧਰੇ ਹੋਰ ਜਾ ਰਿਹਾ। ਉਹ ਭਾਵੇਂ ਪੋਲੀਟੀਕਲ ਲੀਡਰਸ ਕੋਲ ਜਾਵੇ, ਪੋਲੀਟੀਕਲ ਪਾਰਟੀਆਂ ਕੋਲ ਜਾਵੇ, ਜਾਂ ਜਿਹਨਾਂ ਟੈਕਸ ਦੇਣਾ ਉਹਨਾਂ ਕੋਲ ਜਾਵੇ, ਜਾਂ
ਵਿੱਚ ਅਫਸਰਸ਼ਾਹੀ ਵੀ ਕਿਸੇ ਹੱਦ ਤੱਕ ਸ਼ਾਮਲ ਹੋ ਸਕਦੀ ਹੈ। ਬਿਲਕੁਲ ਸੋ ਮੈਨੂੰ ਲੱਗਦਾ ਹੈ ਕਿ ਜਿਹੜਾ ਪੈਸਾ ਸਰਕਾਰੀ ਖਜ਼ਾਨੇ 'ਚ ਆਉਣ ਦੀ ਸੰਭਾਵਨਾ ਹੈ ਤੇ ਨਹੀਂ ਆਂਦਾ, ਉਹ ਮਿਲੇ ਭੁਗਤ ਰਾਹੀਂ ਕਿਤੇ ਸਰਕਾਰੀ ਖਜ਼ਾਨੇ 'ਚ ਆਉਣ ਦੇ ਬਜਾਏ ਕਿਧਰੇ ਹੋਰ ਚਲੇ ਜਾਂਦਾ, ਪ੍ਰਾਈਵੇਟ ਜੇਬਾਂ ਚਲ ਜਾਂਦਾ ਕਹਿਣ ਦਾ ਭਾਵ। ਤੇ ਉਸੇ ਕਰਕੇ ਤੁਹਾਡਾ ਜਿਹੜਾ ਕਰਜ਼ਾ ਹੈ ਉਹ 1980 ਦੇ ਵਿੱਚ ਸਿਰਫ 1009 ਕਰੋੜ ਸੀ, 2004 ਦੇ ਵਿੱਚ 29,000 ਕਰੋੜ ਸੀ, ਤੇ ਹੁਣ ਇਸ 2.82 ਲੱਖ ਕਰੋੜ ਹੋ ਗਿਆ। ਦੱਸੋ, ਕਿਹਾ ਜਾ ਰਿਹਾ ਕਿ 2017 ਦੇ ਵਿੱਚ ਇਹ ਕਰਜ਼ਾ ਜਿਹੜਾ 1,48,000 ਕਰੋੜ ਸੀਗਾ। ਹਾਂ, ਪਰ ਹੁਣ ਜਿਹੜਾ ਮਾਨਯੋਗ ਰਾਜਪਾਲ ਦੇ ਭਾਸ਼ਣ ਤੋਂ ਪਤਾ ਲੱਗਿਆ ਕਿ ਮੈਂ ਤਾਂ ਬਹੁਤ ਚਿੰਤਾਤੁਰ ਹੋ ਗਿਆ ਕਿ 2,82,000 ਕਰੋੜ ਤੋਂ ਸਿੱਧਾ 3.50 ਲੱਖ ਕਰੋੜ ਜਿਹੜਾ ਉਹ ਕਰਜ਼ਾ ਹੋ ਗਿਆ। ਇਹ ਤਾਂ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਇਟ ਮੀਨਸ ਕਿ ਯਾਨੀ ਕਹਿਣ ਦਾ ਭਾਵ ਪਿਛਲੇ ਡਾਕਟਰ ਸਾਹਿਬ ਪਿਛਲੇ 5 ਸਾਲਾਂ ਦੇ ਵਿੱਚ ਕਰਜ਼ਾ ਜਿਹੜਾ ਉਹ 200 ਲੱਖ ਕਰੋੜ ਜਿਹੜਾ ਵੱਧ ਚੁੱਕਿਆ ਹੈ। 2 ਲੱਖ ਕਰੋੜ ਕਿਉਂਕਿ 1,80,000 ਪਹਿਲਾਂ ਸੀ ਨਾ, ਇਹ ਤਾਂ ਆਪਾਂ ਹੁਣ ਤੱਕ ਦਾ 2.82 ਲੱਖ ਕਰੋੜ ਹੋਈਏ। ਮੈਨੂੰ ਇਹ ਪਤਾ ਲੱਗਿਆ ਫਿਰ ਤਾਂ 1 ਲੱਖ ਕਰੋੜ ਬਣਦਾ ਹੈ। ਪਰ ਨਹੀਂ, ਮੇਰੇ ਕਹਿਣ ਦਾ ਭਾਵ ਇਹ ਸੀਗਾ ਕਿ ਪਤਾ ਲੱਗ ਰਿਹਾ ਸੀਗਾ ਕਿ 2017 ਦੇ ਵਿੱਚ ਜਿਹੜਾ ਇਹ ਕਰਜ਼ਾ ਸੀ 1,48,000 ਕਰੋੜ ਸੀਗਾ, ਤੇ ਪਿਛਲੇ 5 ਸਾਲਾਂ ਦੇ ਵਿੱਚ ਜੇ 3.5 ਲੱਖ ਕਰੋੜ ਹੋ ਗਿਆ ਤਾਂ 2 ਲੱਖ ਕਰੋੜ ਹੋ ਗਿਆ। ਨਹੀਂ, ਅਜੇ ਤੱਕ 3.5 ਲੱਖ ਕਰੋੜ ਦੇ ਅੰਕੜੇ ਮੇਰੇ ਕੋਲ ਨਹੀਂ ਸੀ। ਹਾਂ, ਰਾਜਪਾਲ ਸਾਹਿਬ ਕਹਿ ਰਹੇ ਨੇ 82 ਲੱਖ ਕਰੋੜ ਪਹਿਲਾਂ, ਮੈਂ ਕਿਹਾ ਕਿ 3 ਲੱਖ ਕਰੋੜ ਹੋਣ ਦੀ ਸੰਭਾਵਨਾ ਵਿੱਤੀ ਸਾਲ ਦੇ ਐਂਡ 'ਚ, ਪਰ ਹੁਣ ਰਾਜਪਾਲ ਦਾ ਭਾਸ਼ਣ ਜਿਹੜਾ ਔਨ ਰਿਕਾਰਡ ਹੈ 3.5 ਲੱਖ ਕਰੋੜ ਦਾ ਜਿਹੜਾ ਕਰਜ਼ਾ ਹੈ ਇਹ ਬਹੁਤ ਵੱਡਾ ਹੈ। ਔਰ ਜਿਹੜੀਆਂ ਇਹਨਾਂ ਨੇ ਮੁਫਤ ਸਹੂਲਤਾਂ ਮੈਨੀਫੈਸਟੋ 'ਚ ਜਾਂ ਹੁਣ ਰਾਜਪਾਲ ਦੇ ਭਾਸ਼ਣ 'ਚ ਵੀ ਕਿਹਾ ਕਿ ਅਸੀਂ 300 ਯੂਨਿਟ ਫ੍ਰੀ ਬਿਜਲੀ ਦੇਣ ਲਈ ਵੀ ਪਾਬੰਦ ਹੈ, ਪੈਨਸ਼ਨ ਵੀ 1000। ਬਿਲਕੁਲ ਡਾਕਟਰ ਸਾਹਿਬ, ਮੈਂ ਇਸੇ ਵਾਲੇ ਪਾਸੇ ਆਉਣਾ ਚਾਹੁੰਦਾ ਤੇ ਮੈਂ ਤੁਹਾਡੇ ਤੋਂ ਜਾਣਨਾ ਚਾਹੂੰਗਾ, ਕਿਉਂਕਿ ਤੁਸੀਂ ਇਸ ਚੀਜ਼ ਨੂੰ ਸਾਡੇ ਨਾਲੋਂ ਬਹੁਤੇ ਚੰਗੇ ਤਰੀਕੇ ਨਾਲ ਸਮਝੇ ਹੋ, ਕਿਉਂਕਿ ਤੁਹਾਡਾ ਇਹ ਕਿੱਤਾ ਹੈ। ਕਿਉਂਕਿ ਜਿਸ ਤਰੀਕੇ ਦੇ ਨਾਲ ਪਿਛਲੇ 5 ਸਾਲਾਂ ਦੇ ਵਿੱਚ 2 ਲੱਖ ਕਰੋੜ ਦਾ ਜਿਹੜਾ ਕਰਜ਼ਾ ਵਧਿਆ, ਰਾਜਪਾਲ ਦੇ ਮੁਤਾਬਕ ਜੇ 3.5 ਲੱਖ ਕਰੋੜ ਇਸ ਵਕਤ ਕਰਜ਼ਾ ਹੈਗਾ, ਤਾਂ ਪਿਛਲੇ 2017 ਦੇ ਵਿੱਚ 1,48,000 ਕਰੋੜ ਸੀਗਾ, ਤਾਂ ਜਿਹੜਾ ਉਹ ਹੁਣ ਵੱਧ ਕੇ 3.5 ਲੱਖ ਹੋ ਜਾਂਦਾ, ਤਾਂ 2 ਲੱਖ ਕਰੋੜ ਦਾ ਕਰਜ਼ਾ ਜਿਹੜਾ ਪਿਛਲੇ 5 ਸਾਲਾਂ ਦੇ ਵਿੱਚ ਵੱਧ ਗਿਆ। ਡਾਕਟਰ ਸਾਹਿਬ, ਫਿਰ ਜਿਸ ਤਰੀਕੇ ਦੇ ਇਹ ਸਰਕਾਰ ਹੋਣ ਦੇ ਵਿੱਚ ਆਈ, ਵੱਡੇ ਵੱਡੇ ਵਾਅਦੇ ਕਰਕੇ ਆਈ ਹੈ, ਹਰੇਕ ਔਰਤ ਨੂੰ ਜਿਹੜਾ 1,000 ਰੁਪਇਆ ਦੇਣਾ ਇਹਨਾਂ ਨੇ, ਤਾਂ ਔਰਤਾਂ ਦੀ ਗਿਣਤੀ ਤੁਸੀਂ ਲਾ ਲਓ ਹਿਸਾਬ ਡਾਕਟਰ ਸਾਹਿਬ ਕਿ 1 ਕਰੋੜ ਦੇ ਹਿਸਾਬ ਨਾਲ ਵੀ ਜੇ ਔਰਤ ਦੀ ਗਿਣਤੀ ਜਿਹਨੂੰ 1,000 ਰੁਪਇਆ ਦੇਣਾ ਹੈ, ਉਹਦਾ ਆਪਾਂ ਦੇਖ ਲਈਏ, ਪੈਨਸ਼ਨ ਅਲੱਗ ਆ, ਤਨਖਾਹਾਂ ਅਲੱਗ ਹੈ, ਤਾਂ ਬਹੁਤ ਸਾਰੇ ਲੋਕ ਗੱਲਾਂ ਕਰ ਰਹੇ ਆ ਕਿ ਇਹਨਾਂ ਨੇ ਵਾਅਦੇ ਵੱਡੇ ਕੀਤੇ ਆ, ਪੰਜਾਬ ਦੇ ਵਿੱਤੀ ਹਾਲਾਤ ਪਹਿਲਾਂ ਹੀ ਠੀਕ ਨਹੀਂ ਹੈਗੇ, ਤਾਂ ਜਿਹਦੇ ਕਰਕੇ ਸਰਕਾਰ ਨੂੰ ਚੱਲਣ ਦੇ ਵਿੱਚ ਮੁਸ਼ਕਲ ਆ ਸਕਦੀ ਹੈ। ਡਾਕਟਰ ਸਾਹਿਬ, ਕੀ ਲੱਗਦਾ ਹੈ ਕਿ ਸਰਕਾਰ ਚਲਾਉਣਾ ਕਿੰਨਾ ਕੁ ਆਸਾਨ ਆਮ ਆਦਮੀ ਪਾਰਟੀ ਦੇ ਲਈ ਹੋਊਗਾ ਇਹਨਾਂ ਵਿੱਤੀ ਹਾਲਾਤਾਂ ਦੇ ਮੁਤਾਬਕ? ਦੇਖੋ, ਏਦਾਂ ਹੈ ਕਿ ਮੇਰੇ ਹਿਸਾਬ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਅਜੇ ਨਵੀਂ ਬਣੀ ਹੈ ਤੇ ਉਹਨਾਂ ਨੂੰ ਟਾਈਮ ਦੇਣਾ ਚਾਹੀਦਾ ਹੈ। ਇਹ ਬੜਾ ਅਰਲੀ ਹੈ ਕਿ ਅਸੀਂ ਇਸ ਤੇ ਕਮੈਂਟ ਕਰੀਏ, ਪਰ ਜੇ ਖਜ਼ਾਨੇ 'ਚ ਪੈਸੇ ਨਾ ਆਏ ਤਾਂ ਬੜੀ ਮੁਸ਼ਕਲ ਜਿਹੜੀ ਹੈ ਉਹ ਹੋ ਜਾਣੀ ਹੈ। ਕਿਉਂਕਿ ਜਿਹੜਾ ਤੁਸੀਂ ਹਰ ਔਰਤ ਜਿਹੜੀ 18 ਸਾਲ ਉਸ ਤੋਂ ਉੱਪਰ ਨੂੰ ਜੇ ਉਹ ਸਾਰੀਆਂ ਨੂੰ ਦਿੱਤਾ ਜਾਵੇ ਤਾਂ ਉਹ 12,000 ਕਰੋੜ ਰੁਪਈਆ ਤਾਂ ਉਹੀ ਬਣ ਜਾਂਦਾ ਸਾਲ ਦਾ। ਸੋ ਇਟ ਮੀਨਸ 1,000 ਕਰੋੜ ਰੁਪਈਆ ਜਿਹੜਾ ਉਹ 1 ਮਹੀਨੇ ਦਾ ਬਣਦਾ ਹੈ। ਇਸੇ ਤਰ੍ਹਾਂ 300 ਯੂਨਿਟ ਜਦੋਂ ਬਿਜਲੀ ਦੇ ਫ੍ਰੀ ਹੋਏ ਤਾਂ ਉਹ ਸਬਸਿਡੀ ਬਹੁਤ ਜ਼ਿਆਦਾ ਹੋਣੀ ਹੈ। ਪਹਿਲੇ ਸਰਕਾਰ ਨੇ ਜਿਹੜਾ 3 ਰੁਪਏ ਯੂਨਿਟ ਕੀਤਾ ਹੈ ਉਹਦੇ ਨਾਲ ਵੀ ਤਕਰੀਬਨ 40-45% ਬੋਝ ਬਿਜਲੀ ਬੋਰਡ ਜਿਹਨੂੰ ਆਪਾਂ PSPCL ਉੱਤੇ ਹੋਰ ਵੱਧ ਗਿਆ। ਇਸੇ ਤਰ੍ਹਾਂ ਪਹਿਲੀ ਸਰਕਾਰ ਨੇ ਜਿਹੜਾ ਹੋਰ ਗਲਤ ਕੰਮ ਕੀਤਾ ਮੇਰੇ ਮੁਤਾਬਕ ਕਿ ਹਰ ਔਰਤ ਨੂੰ ਤੁਸੀਂ ਫ੍ਰੀ ਬੱਸ ਟਰੈਵਲ ਦੇ ਰਹੇ ਹੋ, ਇਹ ਵੀ ਲੋੜ ਨਹੀਂ ਹੈ। ਬਿਲਕੁਲ ਤੁਹਾਡੀ ਗੱਲ। ਜਿਹੜਾ ਟਾਰਗੇਟ ਇਹਦੇ ਨਾਲ ਹੋਣਾ ਪਤਾ ਕੀ ਹੈ, ਜੇ ਇਸ ਤਰ੍ਹਾਂ ਹੀ ਕੰਮ ਚੱਲਦਾ ਰਿਹਾ ਕਿ ਇਹਦੇ ਨਾਲ ਤੁਹਾਡੇ ਪਬਲਿਕ ਸੈਕਟਰ ਦੇ ਅਦਾਰੇ ਜਿਹੜੇ ਆ ਉਹ ਸਹਿਕ ਕੇ ਮਰ ਜਾਣੇ ਨੇ, ਤੇ ਉਸ ਤੋਂ ਬਾਅਦ ਬਹੁਤ ਮੁਸ਼ਕਲ ਹੋ ਜਾਣਾ ਕਿ ਕਿਹੜੀ ਜਦ ਪਬਲਿਕ ਬੱਸ ਹੀ ਨਾ ਰਹੀ, ਪਬਲਿਕ ਯੂਟਿਲਿਟੀ ਬਿਜਲੀ ਬੋਰਡ ਨਾ ਰਿਹਾ, ਜਾਂ ਸਕੂਲ ਕਾਲਜ ਜਿਹੜੇ ਯੂਨੀਵਰਸਿਟੀਆਂ ਜਿਹੜੀਆਂ ਉਹਨਾਂ ਤੇ ਮੁਸੀਬਤ ਆਉਣ ਲੱਗੀ, ਤਾਂ ਤੁਸੀਂ ਕਿੱਦਾਂ ਮੁਫਤ ਸਹੂਲਤਾਂ ਦਿਓਗੇ? ਇਹ ਇੱਕ ਵੱਡਾ ਸਵਾਲ ਹੈ। ਮੈਂ ਫਿਰ ਕਹਿਣਾ ਕਿ ਅਨਟਾਰਗੇਟਡ ਸਬਸਿਡੀ ਜਾਂ ਮੁਫਤ ਸਹੂਲਤ ਨਹੀਂ ਦੇਣੀ ਚਾਹੀਦੀ। ਇਹਦੇ ਨਾਲ ਕਦੀ ਵੀ ਸਰਕਾਰਾਂ ਨਹੀਂ ਚੱਲ ਸਕਦੀਆਂ। ਸਗੋਂ ਟਾਰਗੇਟਡ
ਨਾਲ ਜਿਹੜੀ ਸਬਸਿਡੀ ਦਾ ਇੱਕ ਇਕਨੋਮਿਕ ਪ੍ਰਿੰਸੀਪਲ ਉਹ ਇਹ ਹੈ ਕਿ ਜਿਹੜਾ ਸੈਕਸ਼ਨ ਡਿਜ਼ਰਵ ਕਰਦਾ, ਜਿਹਨੂੰ ਬਹੁਤ ਲੋੜ ਹੈ, ਉਹਨੂੰ ਜ਼ਰੂਰ ਦਿਓ, ਮੈਂ ਨਹੀਂ ਕਹਿੰਦਾ ਨਾ ਦਿਓ, ਪਰ ਨਾਲ ਤੁਸੀਂ ਸਬਸਿਡੀ ਦਾ ਦੂਜਾ ਅਸੂਲ ਇਹ ਹੈ ਕਿ ਕੋਈ ਨਵੀਂ ਕਾਰਡ ਜਿਹੜੀ ਆ ਉਹ ਯਾਦ ਕਰਨੀ ਹੈ, ਜਾਂ ਨਵੀਂ ਕਾਰਡ ਨੂੰ ਕਮਰਸ਼ੀਅਲੀ ਤੁਸੀਂ ਲਾਗੂ ਕਰਨਾ ਹੈ, ਉਸ ਤੇ ਸਬਸਿਡੀ ਦਿਓ। ਉਹਦੇ ਨਾਲ ਵਿਕਾਸ ਹੁੰਦਾ ਹੈ। ਸਬਸਿਡੀਆਂ ਨਾਲ ਤੇ ਮੁਫਤ ਸਹੂਲਤਾਂ ਨਾਲ ਵਿਕਾਸ ਨਹੀਂ ਹੁੰਦਾ। ਔਰ ਸਵਾਲ ਇਹ ਪੈਦਾ ਹੁੰਦਾ ਕਿ ਜਿਹੜੀ 20-25 ਲੱਖ ਦੇ ਕਰੀਬ ਸਾਡੀ ਬੇਰੁਜ਼ਗਾਰੀ ਹੈ, ਉਸ ਦੇ ਬਾਰੇ ਇਹ ਕਿਵੇਂ ਉਹਨੂੰ ਐਡਰੈਸ ਕਰਨਗੇ। ਸੋ ਮੈਂ ਜੇ ਕਹਾਂ ਕਿ ਜੇ ਵੱਧ ਤੋਂ ਵੱਧ ਵੀ ਇਹ ਬਹੁਤ 100% ਓਨੈਸਟੀ ਇੰਟੈਗ੍ਰਿਟੀ ਦਿਖਾ ਕੇ ਜੇ ਸਰਕਾਰੀ ਖਜ਼ਾਨੇ ਵਿੱਚ ਹੋਰ ਪੈਸੇ ਲਿਆਉਣਾ ਚਾਹੇ ਬਿਨਾਂ ਟੈਕਸ ਤੋਂ, ਤਾਂ ਉਹ ਕੋਈ 38,500 ਕਰੋੜ ਬਣਦਾ ਹੈ ਮੇਰੇ ਅੰਦਾਜ਼ੇ ਅਨੁਸਾਰ। ਡਾਕਟਰ ਸਾਹਿਬ ਜਿਹੜੀ ਇਹ ਗੱਲ ਕਰ ਰਹੇ ਨੇ, ਇਹ ਤੁਸੀਂ ਉਸ ਹਿਸਾਬ ਦੇ ਨਾਲ ਕਹਿ ਰਹੇ ਹੋ ਕਿ ਜਿਵੇਂ ਕਹਿ ਰਿਹਾ ਕਿ ਅਸੀਂ ਮਾਫੀਆ ਬੰਦ ਕਰ ਦਾਂਗੇ, ਸ਼ਰਾਬ ਮਾਫੀਆ ਬੰਦ ਕਰ ਦਾਂਗੇ, ਰੇਤ ਮਾਫੀਆ ਬੰਦ ਕਰ ਦਾਂਗੇ, ਤੁਸੀਂ ਉਹ ਬੰਦ ਕਰਨ ਤੋਂ ਬਾਅਦ ਇਹ ਪੈਸਾ ਲਿਆਉਣ ਦੀ ਗੱਲ ਕਰ ਰਹੇ ਹੋ ਜਾਂ ਉਸ ਤੋਂ ਇਲਾਵਾ? ਨਹੀਂ, ਮੈਂ ਉਹੀ ਕਰ ਰਿਹਾ ਕਿ GST 'ਚ ਬਹੁਤ ਵੱਡੇ ਘਪਲੇ ਨੇ, ਐਕਸਾਈਜ਼ ਵਿੱਚ ਹੈ, ਮਾਫੀਏ ਜਿਹੜੇ ਨੇ ਵੱਖ-ਵੱਖ ਕਿਸਮ ਦੇ ਉਹਦੇ 'ਚ ਹੈ, ਰਜਿਸਟ੍ਰੇਸ਼ਨ ਦੇ ਵਿੱਚ ਹੈ, ਪ੍ਰੋਫੈਸ਼ਨਲ ਟੈਕਸ ਹੋਰ ਲਾਉਣ ਦੀ ਲੋੜ ਹੈ, ਇਸੇ ਤਰ੍ਹਾਂ ਜਿਹੜਾ ਬਿਜਲੀ ਦੀ ਚੋਰੀ ਹੈ, ਬਹੁਤ ਕੁਝ ਹੈ। ਉਹ ਸਾਰੇ ਕੁਝ ਨੂੰ ਮੈਨੂੰ ਨਹੀਂ ਲੱਗਦਾ ਕਿ 100% ਕੋਈ ਵੀ ਸਰਕਾਰ ਉਹਨੂੰ ਪਲੱਗ ਕਰ ਸਕਦੀ ਹੈ। ਜੇ ਆਮ ਆਦਮੀ ਸਰਕਾਰ ਇਹ ਕਰ ਸਕੇ ਤੇ ਫੇਰ ਵੀ ਇੰਨੇ ਆਉਂਦੇ ਨੇ, ਪਰ ਜੋ ਵਾਅਦੇ ਤੇ ਗਰੰਟੀਆਂ ਨੇ ਜੇ ਉਹ ਸਾਰੀਆਂ ਪੂਰੀਆਂ ਕਰਨੀਆਂ ਹੋਣ ਤਾਂ ਉਹਦੇ ਲਈ 50,000 ਕਰੋੜ ਰੁਪਈਆ ਚਾਹੀਦਾ ਹੈ। ਜਿਹਦਾ ਮਤਲਬ ਇਹ ਹੈ ਕਿ ਜੇ ਤੁਸੀਂ 38-40,000 ਕਰੋੜ ਰੁਪਈਆ ਹੋਰ ਸਰਕਾਰੀ ਖਜ਼ਾਨੇ 'ਚ ਲੈ ਵੀ ਆਂਦਾ ਤੇ 50,000 ਕਰੋੜ ਦੀ ਇਹ ਲਾਇਬਿਲਿਟੀ ਬਣਾ ਲਈ ਐਡੀਸ਼ਨਲ, ਤਾਂ ਬਾਕੀ 10,000 ਕਰੋੜ ਹੋਰ ਕਰਜ਼ਾ ਲੈਣਾ ਪਊ। ਡਾਕਟਰ ਸਾਹਿਬ ਉੱਪਰ ਦੀ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਜਿਹੜਾ ਤੁਸੀਂ GST ਕੰਪਨਸੇਸ਼ਨ ਦੀ ਗੱਲ ਕਰ ਰਹੇ ਸੀ, ਕਿਹਾ ਜਾ ਰਿਹਾ ਕਿ ਉਹ ਵੀ ਬੰਦ ਹੋ ਰਹੀ ਹੈ, ਫਿਰ ਉਹ ਵੀ ਨਜਾਇਜ਼ ਬੋਝ ਪਏਗਾ। ਦੇਖੋ ਏਦਾਂ ਹੈ ਕਿ ਹਾਲ ਦੀ ਘੜੀ 2017 ਚ GST ਆਉਂਦੀ ਹੈ, 2022 ਚ 5 ਸਾਲ ਹੋ ਜਾਣੇ 1 ਜੁਲਾਈ ਨੂੰ। ਉਹ ਜਦੋਂ 5 ਸਾਲ ਹੋਣੇ ਨੇ ਤਾਂ ਗਵਰਨਮੈਂਟ ਦਾ ਜਿਹੜਾ ਕੰਸਟੀਟਿਊਸ਼ਨਲ ਸੈਂਟਰ ਗਵਰਨਮੈਂਟ ਦਾ ਵਾਅਦਾ ਹੈ, ਸੰਵਿਧਾਨਕ ਵਾਅਦਾ, ਉਹ 5 ਸਾਲ ਲਈ ਜਿਹੜਾ ਸਾਡੇ ਜਦੋਂ GST ਲਾਗੂ ਹੋਈ ਉਸ ਤੋਂ 2 ਸਾਲ ਦੀ ਐਵਰੇਜ ਜਿਹੜਾ ਸਾਡਾ ਟੈਕਸ ਕਲੈਕਟ ਹੁੰਦਾ ਸੀ ਪੰਜਾਬ 'ਚ, ਤਾਂ ਉਹਦੇ ਨਾਲ ਉਹਦੇ ਵਿੱਚ ਅਸੀਂ ਹਰ ਸਾਲ 1% ਐਡ ਕਰਕੇ ਜਿੰਨਾ ਫਰਕ ਰਹਿੰਦਾ GST ਦੇ ਲਾਗੂ ਹੋਣ ਕਾਰਨ ਉਹ ਕੇਂਦਰ ਸਰਕਾਰ ਦਿੰਦੀ ਸੀ, ਜਿਹਨੂੰ ਕੰਪਨਸੇਟਰੀ ਜਾਂ ਕੰਪਨਸੇਸ਼ਨ ਕੰਪੋਨੈਂਟ ਕਹਿੰਦੇ ਆ। ਉਹ ਸਰਕਾਰ ਹੁਣ ਤੱਕ ਦਿੰਦੀ ਰਹੀ ਹੈ ਸਰਕਾਰ, ਪਰ 2022 ਚ ਜਾ ਕੇ ਉਹਨੇ ਜੇ ਅਗਲੇ ਐਕਸਟੈਂਡ ਨਾ ਕੀਤੀ ਗਈ ਇਹ ਸਕੀਮ ਤਾਂ ਉਹਨੇ ਬੰਦ ਹੋ ਜਾਣਾ। ਦੂਸਰਾ ਜਿਹੜਾ ਬਹੁਤ ਇਸ਼ੂ ਵੱਡਾ ਹੈ ਕਿ ਇੱਕ ਜਦੋਂ ਇਹ GST ਲਾਗੂ ਹੋਇਆ, ਆਪਣੇ ਮਾਫ ਕਰਨਾ ਸਰ ਮੈਂ ਤੁਹਾਨੂੰ ਰੋਕ ਰਿਹਾ, ਇਹ ਜਿਹੜੀ ਬੰਦ ਹੋਣ ਵਾਲੀ GST ਕੰਪਨਸੇਸ਼ਨ ਬੰਦ ਹੋਣ ਵਾਲੀ ਜਿਹੜੀ ਇਹ ਗੱਲ ਹੈ, ਇਹ ਕਿੰਨੇ ਰੁਪਏ ਬੰਦ ਹੋ ਸਕਦੀ ਹੈ ਪੰਜਾਬ ਦੇ? ਦੇਖੋ ਇਹ ਤਕਰੀਬਨ 5 ਤੋਂ 7,000 ਕਰੋੜ ਰੁਪਈਆ ਜਿਹੜਾ ਇਹ ਇੰਪੈਕਟ ਪੈਣਾ ਇਹਦਾ। ਅੱਛਾ, ਜੇ ਪਿਛਲੇ ਐਵਰੇਜ ਲਾਈ ਜਾਵੇ। ਪਰ ਇੱਕ ਜਿਹੜੀ ਹੋਰ ਬੜੀ ਕਮਾਲ ਦੀ ਗੱਲ ਸੁਖਵਿੰਦਰ ਜੀ ਇਹ ਹੋਈ ਹੈ ਪਿਛਲੇ ਸਮੇਂ 'ਚ, ਜਦੋਂ GST ਲਾਗੂ ਹੋਇਆ ਸੀ ਤਾਂ ਉਹਦੇ ਵਿੱਚ ਇਹ ਆਪਾਂ ਪੰਜਾਬ ਬਹੁਤ ਜੂਬੀਲੈਂਟ ਸੀ ਕਿ ਇਹ ਐਂਡ ਕੰਜ਼ੰਪਸ਼ਨ ਤੇ ਲੱਗਦਾ ਹੈ ਟੈਕਸ, ਤੇ ਐਂਡ ਕੰਜ਼ੰਪਸ਼ਨ ਜਿਹੜਾ ਪੰਜਾਬ 'ਚ ਕਾਫੀ ਹੈ, ਤੇ ਐਂਡ ਕੰਜ਼ੰਪਸ਼ਨ ਜੇ ਜ਼ਿਆਦਾ ਹੈ ਤੇ ਫਿਰ ਸਾਡਾ ਜਿਹੜਾ ਕੰਪਨਸੇਸ਼ਨ ਹੈ ਉਹ ਇੰਨਾ ਕਿਉਂ ਹੋਇਆ। ਇਸ ਕਰਕੇ ਇਹਦਾ ਮਤਲਬ ਸਕੋਪ ਤਾਂ ਇੱਥੋਂ ਹੀ ਪਤਾ ਲੱਗ ਜਾਂਦਾ ਹੈ ਕਿ ਜਿੰਨਾ ਸਕੋਪ GST ਕਲੈਕਟ ਹੋਣ 'ਚ ਸੀਗਾ ਉਹ ਨਹੀਂ ਹੋਇਆ। ਔਰ ਕਲੈਕਸ਼ਨ ਦਾ ਢੰਗ ਤਰੀਕਾ ਵੀ ਸੈਂਟਰ ਗਵਰਨਮੈਂਟ ਨੇ ਮੈਜੋਰਿਟੀ ਜਿਹੜੀ ਕਲੈਕਸ਼ਨ ਆਪਣੇ ਹੱਥ 'ਚ ਰੱਖੀ ਹੋਈ ਹੈ। ਔਰ ਤੁਹਾਨੂੰ ਇਹ ਪਤਾ ਹੈ ਕਿ 50% ਜਿਹੜੀ GST ਦਾ ਸ਼ੇਅਰ ਹੈ ਉਹ ਸਟੇਟ ਨੂੰ ਆਉਂਦਾ ਹੈ। ਤਾਂ ਮੈਨੂੰ ਲੱਗਦਾ ਕਿ ਇਹਦੇ ਬਾਰੇ ਜੇ ਆਪਾਂ ਨੂੰ ਇੱਕ ਐਕਸਰਸਾਈਜ਼ ਕਰਨੀ ਚਾਹੀਦੀ ਹੈ, ਇਹ ਸਪੋਜ਼ ਕਰਕੇ ਕਿ ਜੇ GST ਦਾ ਕੰਪਨਸੇਸ਼ਨ 2022 ਜੁਲਾਈ 'ਚ ਬੰਦ ਹੁੰਦਾ ਹੈ ਤਾਂ ਅਸੀਂ ਇਸ ਕੰਪਨਸੇਸ਼ਨ ਨੂੰ ਕਿੱਥੋਂ ਕਲੈਕਟ ਕਰਨਾ ਹੈ, ਇਹ ਗੈਪ ਕਿਵੇਂ ਭਰਨਾ ਹੈ, ਕਿਉਂਕਿ ਪੰਜਾਬ ਦੇ ਵਿੱਚ ਫਾਈਨੈਂਸ਼ੀਅਲ ਕ੍ਰਾਈਸਿਸ ਇੰਨਾ ਵੱਡਾ ਹੈ, ਇਹਨੂੰ ਬਿਲ ਸੀਰੀਅਸ ਲੈਣ ਦੀ ਲੋੜ ਹੈ। ਇਹਨਾਂ ਨੂੰ ਫਿਰ ਇਸ ਹਿਸਾਬ ਨਾਲ ਪਤਾ ਹੀ ਨਹੀਂ ਲੱਗਣਾ ਕਿ ਜਿਹੜੇ ਮੌਜੂਦਾ ਖਰਚੇ ਨੇ ਉਹਨਾਂ ਨੂੰ ਪੂਰੇ ਕਰੀਏ ਜਾਂ ਜਿਹੜੀਆਂ ਅਸੀਂ ਵਾਅਦੇ ਕਰਕੇ ਆਏ ਆ ਉਹਨਾਂ ਨੂੰ ਪੂਰੇ ਕਰੀਏ, ਜਾਂ ਫਿਰ ਜਿਹੜਾ ਪੰਜਾਬ ਦਾ ਲਗਾਤਾਰ ਵਧਦਾ ਜਾ ਰਿਹਾ ਕਰਜ਼ਾ
ਉਹਨੂੰ ਜਿਹੜਾ ਘਟਾਉਣ ਦੀ ਕੋਸ਼ਿਸ਼ ਕਰੀਏ। ਫਿਰ ਇਹ ਹਿਸਾਬ ਦੇ ਨਾਲ ਜੇ ਮੈਂ ਸੌਖੇ ਸ਼ਬਦਾਂ ਦੇ ਵਿੱਚ ਗੱਲ ਕਰਾਂ ਤਾਂ ਜਿਹੜੀ ਇਹ ਜਿਹੜਾ ਪੰਜਾਬ ਕਰਜ਼ੇ ਦੇ ਵਿੱਚ ਹੋਰ ਧੱਸਦਾ ਜਾਊਗਾ ਤੇ ਭਗਵੰਤ ਮਾਨ ਸਰਕਾਰ ਜਿਹੜੀ ਸਫਲ ਹੋਣ ਵਾਲੇ ਪਾਸੇ ਨੂੰ ਇਸ ਵਕਤ ਵਿੱਤੀ ਹਾਲਾਤਾਂ ਦੇ ਮੁਤਾਬਕ ਤਾਂ ਨਹੀਂ ਲੱਗ ਰਹੀ। ਦੇਖੋ ਇਦਾਂ ਹੈ ਕਿ ਮੈਂ ਇਹ ਤਾਂ ਨਹੀਂ ਕਹਿੰਦਾ ਕਿ ਇਹਨਾਂ ਨੂੰ ਪਤਾ ਨਹੀਂ, ਕਿਉਂਕਿ ਇਹਨਾਂ ਕੋਲੇ ਕਾਬਲ ਬੰਦੇ ਹੈਗੇ ਨੇ, ਪਲੱਸ ਅਫਸਰਸ਼ਾਹੀ ਤਾਂ ਉਹੀ ਹੈ। ਇੱਕ ਸਿਗਨਲ ਭੇਜਣ ਦੀ ਲੋੜ ਹੈ, ਪੋਲੀਟੀਕਲ ਮੈਸੇਜ ਭੇਜਣ ਦੀ ਕਿ ਵੀ ਮੇਨ ਬਿਜ਼ਨਸ। ਪਰ ਹੁਣ ਇਹ ਮੈਸੇਜ ਜਾਏਗਾ ਨਹੀਂ ਜਾਵੇਗਾ, ਉਹਦੇ ਵਾਸਤੇ ਇੱਕ ਪੋਲੀਟੀਕਲ ਵਿਲ ਜਿਹੜੀ ਹੈ, ਜਿਹਨੂੰ ਆਪਾਂ ਦ੍ਰਿੜ ਸਿਆਸੀ ਇਰਾਦਾ ਕਹਿੰਦੇ ਆ, ਉਹ ਹੋਣਾ ਚਾਹੀਦਾ ਹੈ। ਔਰ ਜੇ ਪਿਛਲੀਆਂ ਸਰਕਾਰਾਂ ਜਿਹੜੀਆਂ ਉਹ ਨਾ ਕੇਵਲ ਕਰਜ਼ਾ ਲੈ ਕੇ ਸਗੋਂ ਕਰਜ਼ੇ ਦੇ ਬਾਅਦ ਹੁੰਦੀ ਓਵਰਡਰਾਫਟ ਤੋਂ ਬਾਅਦ ਇੱਕ ਸਟੇਜ ਹੁੰਦੀ ਵੇਜ਼ ਐਂਡ ਮੀਨਸ ਕਿ ਭਾਈ ਹੁਣ ਤਾਂ ਕ੍ਰਾਈਸਿਸ ਆ, ICU ਚ ਆ ਇਕਾਨਮੀ, ਇਸ ਕਰਕੇ ਵੇਜ਼ ਐਂਡ ਮੀਨਸ ਤੇ ਵਰਾਈ ਵੀ ਹੋਰ ਪੈਸੇ ਲੈ ਲਓ। ਸੋ ਇਹ ਜੇ ਇਸ ਤਰ੍ਹਾਂ ਰਿਹਾ ਤਾਂ ਫਿਰ ਤਾਂ ਹੋਰ ਮੁਸ਼ਕਲ ਬਣ ਜਾਏਗੀ, ਕਿਉਂਕਿ ਆਫਟਰ ਆਲ ਪੰਜਾਬ ਦੇ ਵਿੱਚ ਕੋਈ ਬਹੁਤ ਵੱਡੀਆਂ ਇੰਡਸਟਰੀ ਨਹੀਂ, ਖੇਤੀ ਤੁਹਾਡੀ ਕ੍ਰਾਈਸਿਸ ਚ ਹੈ, ਜਿਹੜੀ ਤੁਹਾਡਾ ਉਦਯੋਗ ਹੈ ਉਹ 14.65 ਲੱਖ ਜਿਹੜੇ ਉਦਯੋਗਿਕ ਇਕਾਈਆਂ ਨੇ ਉਹ ਮੁਸ਼ਕਲ ਡਾਕਟਰ ਸਾਹਿਬ ਇਹ ਹੈ ਲੱਗ ਰਿਹਾ, ਕਿਉਂਕਿ ਮੈਂ ਜਿਹੜਾ ਵਾਰ-ਵਾਰ ਉਹੀ ਜ਼ਿਕਰ ਕਰ ਰਿਹਾ, ਜੇ ਆਪਾਂ ਰਾਜਪਾਲ ਦੇ ਭਾਸ਼ਣ ਦੀ ਗੱਲ ਕਰੀਏ ਤਾਂ 2017 ਤੋਂ ਲੈ ਕੇ 2022 ਦੇ ਤੱਕ ਜੇ ਕਰਜ਼ਾ ਰਾਜਪਾਲ ਜੀ ਦੇ ਮੁਤਾਬਕ ਚੱਲੀਏ ਤਾਂ 2 ਲੱਖ ਕਰੋੜ ਰੁਪਏ ਤੱਕ ਦਾ ਜਿਹੜਾ ਵੱਧ ਚੁੱਕਿਆ, ਦੁੱਗਣੇ ਤੋਂ ਵੀ ਜ਼ਿਆਦਾ। ਠੀਕ ਹੈ, ਇਹਦਾ ਮਤਲਬ ਹੈ ਕਿ ਦੋ ਤਿੰਨ ਕਾਰਨ ਨੇ ਨਾ ਇਹਦੇ, ਕਿ ਇੱਕ ਤਾਂ ਅਸੀਂ ਜਿੰਨਾ ਪੈਸਾ ਇਸ ਸਮੇਂ 'ਚ ਇਕੱਠਾ ਹੋ ਸਕਦਾ ਸੀ ਸਰਕਾਰੀ ਖਜ਼ਾਨੇ ਉਹ ਨਹੀਂ ਕੀਤਾ, ਦੂਜਾ ਪੈਸੇ ਨੂੰ ਠੀਕ ਤਰੀਕੇ ਨਾਲ ਖਰਚ ਨਹੀਂ ਕੀਤਾ, ਠੀਕ ਹੈ, ਤੇ ਤੀਜਾ ਅਸੀਂ ਇੱਕ ਜਿਹੜੀਆਂ ਕਰਜ਼ਾ ਲੈ ਕੇ ਕਰਜ਼ਾ ਮਾਫ ਕਰਨ ਵਾਲਾ, ਕਰਜ਼ਾ ਲੈ ਕੇ ਮੁਫਤ ਸਹੂਲਤਾਂ ਦੇਣ ਵਾਲਾ, ਕਰਜ਼ਾ ਲੈ ਕੇ ਤੁਹਾਨੂੰ ਸਬਸਿਡੀਆਂ ਦੇਣ ਵਾਲਾ, ਬਹੁਤ ਸਾਰੇ ਇਹ ਹੁਣ ਹਿੰਦੁਸਤਾਨ ਪੰਜਾਬ ਦੇ ਜਿਹੜੇ 55-60 ਲੱਖ ਹਾਊਸ ਹੋਲਡਸ ਨੇ, ਸਾਰਿਆਂ ਨੂੰ ਤਾਂ ਮੁਫਤ ਸਹੂਲਤਾਂ ਨਹੀਂ ਨਾ ਚਾਹੀਦੀਆਂ, ਸਾਰਿਆਂ ਨੂੰ ਸਬਸਿਡੀਆਂ ਨਹੀਂ ਨਾ ਚਾਹੀਦੀਆਂ। ਹੁਣ ਇਹ ਜਿਹੜਾ ਹੋ ਰਿਹਾ ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕਿਸ ਕਿਸਮ ਦਾ ਇਕਨੋਮਿਕਸ ਇਹਨਾਂ ਕੋਲ ਹੋਏਗੀ। ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਕੋਲੇ ਇਸ ਕਿਸਮ ਦੀ ਕੋਈ ਇਕਨੋਮਿਕਸ ਹੋਵੇ ਜਿਹਦੇ ਨਾਲ ਇਹ ਮੁਫਤ ਸਹੂਲਤਾਂ ਵੀ ਦੇ ਦੇਣ, ਕਰਜ਼ਾ ਵੀ ਲਾਉਣ ਦਾ ਰੋਡ ਮੈਪ ਤਿਆਰ ਕਰ ਲੈਣ ਤੇ ਵਿੱਤੀ ਜਿਹੜਾ ਸਿਚੁਏਸ਼ਨ ਉਹਨੂੰ ਠੀਕ ਕਰ ਲੈਣ, ਕਮਿਟਡ ਐਕਸਪੈਂਡੀਚਰ ਵੀ ਘਟਾ ਲੈਣ ਜਾਂ ਕਰਨ। ਮੈਨੂੰ ਇਹ ਐਜ਼ ਅ ਸਟੂਡੈਂਟ ਆਫ ਇਕਨੋਮਿਕਸ ਮੇਰੇ ਇਹ ਸਮਝ ਤੋਂ ਗੱਲ ਬਾਹਰ ਹੈ, ਪਤਾ ਨਹੀਂ ਇਹਨਾਂ ਕੋਲ। ਪਰ ਜੇ ਮੈਂ ਤੁਹਾਡੇ ਐਕਸਪੀਰੀਅੰਸ ਦੀ ਗੱਲ ਕਰਾਂ ਡਾਕਟਰ ਸਾਹਿਬ, ਤੁਹਾਡਾ ਬੜੀ ਲੰਬੀ ਉਮਰ ਹੋ ਗਈ, ਬੜਾ ਲੰਬਾ ਤਜਰਬਾ ਹੈ, ਤੁਹਾਨੂੰ ਕੀ ਲੱਗਦਾ ਕਿ ਇਹੋ ਜਿਹੇ ਹਾਲਾਤਾਂ ਦੇ ਵਿੱਚ ਸੌਖਾ ਹੈ ਕੱਢਣਾ ਜਾਂ ਬਹੁਤ ਜ਼ਿਆਦਾ ਮੁਸ਼ਕਲ ਲੱਗ ਰਿਹਾ? ਦੇਖੋ ਮੈਨੂੰ ਲੱਗਦਾ ਕਿ ਜਿਸ ਤਰੀਕੇ ਨਾਲ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਮੈਂਡੇਟ ਦਿੱਤਾ, ਉਹਦੇ ਦੋ ਕਾਰਨ ਸਨ। ਇੱਕ ਤਾਂ ਇਹ ਆਮ ਆਦਮੀ ਪਾਰਟੀ ਦਾ ਦਿੱਲੀ ਮਾਡਲ ਦੀ ਮਾਰਕੀਟਿੰਗ ਜਿਹੜੀ ਹੈ, ਉਸ ਕਰਕੇ ਇਹਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਲੱਗਿਆ ਕਿ ਸ਼ਾਇਦ ਇੱਥੇ ਵੀ ਲਾਗੂ ਹੋ ਸਕਦਾ ਹੈ, ਪਰ ਹੋ ਜੇ ਤੇ ਚੰਗੀ ਗੱਲ ਹੈ। ਦੂਸਰਾ ਕਾਰਨ ਜਿਹੜਾ ਬਹੁਤ ਵੱਡਾ ਇਸ ਤੋਂ ਵੀ, ਉਹ ਹੈ ਕਿ ਕਾਂਗਰਸ, ਅਕਾਲੀ ਦਲ, BJP ਤੋਂ ਲੋਕਾਂ ਦਾ ਮੋਹ ਟੁੱਟ ਚੁੱਕਿਆ ਸੀ। ਮੈਂ ਤੇ ਇਹ ਵੀ ਕਹਿਣਾ ਕਿ ਮੋਹ ਤਾਂ ਕੀ, ਲੋਕਾਂ ਦੀ ਨਾਰਾਜ਼ਗੀ ਸੀ, ਤੇ ਨਾਰਾਜ਼ਗੀ ਉਹਨਾਂ ਨਾਲ ਨਾਰਾਜ਼ਗੀ ਲੋਕਾਂ ਦੀ ਨਫ਼ਰਤ ਬਣ ਗਈ ਸੀ। ਸੋ ਇਸ ਕਰਕੇ ਲੋਕਾਂ ਨੇ ਖੜਾ ਛਡਾਉਣ ਲਈ ਵੀ ਇੱਕ ਤੀਜਾ ਬਦਲ ਜਿਹੜਾ ਇਹਨਾਂ ਨੂੰ ਮੌਕਾ ਦਿੱਤਾ ਹੈ। ਤੇ ਮੈਂ ਇਹ ਕਹਿਣਾ ਚਾਹਾਂਗਾ ਕਿ ਇਹ ਬਦਲ ਜਿਹੜਾ ਇਹਦਾ ਆਮ ਆਦਮੀ ਪਾਰਟੀ ਨੂੰ ਪੂਰਾ ਫਾਇਦਾ ਉਠਾਉਣਾ ਚਾਹੀਦਾ ਹੈ, ਔਰ ਆਮ ਆਦਮੀ ਪਾਰਟੀ ਨੂੰ ਲੋਕਾਂ ਦੀਆਂ ਉਮੀਦਾਂ ਤੇ ਪੂਰਾ ਉਤਰਨਾ ਚਾਹੀਦਾ ਹੈ, ਤਾਂ ਕਿ ਇਹ ਪੱਕੇ ਪੈਰੀ ਮਜ਼ਬੂਤ ਹੋ ਸਕਣ ਔਰ ਪੰਜਾਬ ਦੇ ਵਿੱਚ ਤੀਜਾ ਬਦਲ ਜਿਹੜਾ ਹੈ ਉਹ ਰਹੇ, ਤਾਂ ਕਿ ਦੂਜੀਆਂ ਪਾਰਟੀਆਂ ਨੂੰ ਇੱਕ ਕਨਸਟੈਂਟ ਡਰ ਵੀ ਰਹੇ ਕਿ ਭਾਈ ਜੇ ਤੁਸੀਂ ਅਗਲੀ ਵਾਰ ਸੱਤਾ 'ਚ ਆਉਣਾ ਤਾਂ ਤੁਹਾਨੂੰ ਫਿਰ ਇਹ ਬੰਨੇ ਤੇ ਬੈਠ ਕੇ ਆਪਣੀ ਵਾਰੀ ਉਡੀਕਣ ਨਾਲ ਨਹੀਂ ਆਉਣਾ, ਇਸ ਤਰ੍ਹਾਂ ਨਹੀਂ ਆਉਣਾ ਕਿ ਉਹ ਦੇਖਣ ਕਿ ਆਮ ਆਦਮੀ ਪਾਰਟੀ ਦੀਆਂ ਗਲਤੀਆਂ ਕਰਕੇ ਜਾਂ ਕੁਝ ਸਾਨੂੰ ਤਾਕਤ ਮਿਲ ਜੇਗੀ। ਇੱਦਾਂ ਨਹੀਂ, ਪਤਾ ਨਹੀਂ ਆਮ ਆਦਮੀ ਪਾਰਟੀ ਬਹੁਤ ਵਧੀਆ ਵੀ ਕਰ ਸਕਦੀ ਹੈ। ਸੋ ਇਸ ਕਰਕੇ ਉਹਨਾਂ ਨੂੰ ਆਪਣਾ ਰੋਲ ਆਪੋਜੀਸ਼ਨ ਮੈਂ ਤਾਂ ਹੀ ਇਹ ਗੱਲ ਕਰ ਰਿਹਾ ਡਾਕਟਰ ਸਾਹਿਬ, ਆਖਰੀ ਸਵਾਲ ਦੇ ਤੌਰ ਤੇ ਮੈਂ ਤਾਂ ਹੀ ਤੁਹਾਨੂੰ ਇਹ ਗੱਲ ਕਰ ਰਿਹਾ ਕਿਉਂਕਿ ਤੁਹਾਡਾ ਬੜਾ ਲੰਬਾ ਤਜਰਬਾ ਇਸ ਵਾਲੇ ਪਾਸੇ ਨੂੰ ਕੱਢਣ ਨੂੰ ਆਮ ਆਦਮੀ ਪਾਰਟੀ ਦੀ ਜੇ ਮੈਂ ਗੱਲ ਕਰਾਂ ਜਾਂ ਸਰਕਾਰ ਦੇ ਲਈ ਕਿੰਨਾ ਸੌਖਾ ਹੋਊਗਾ, ਕਿਸ ਤਰੀਕੇ ਦੇ ਨਾਲ ਇਹਦੇ ਵਿੱਚੋਂ ਕੱਢਿਆ ਜਾ ਸਕਦਾ, ਜਾਂ ਫਿਰ ਲੋਕਾਂ ਦੇ ਦਿਲ ਜਿਹੜੇ ਆ ਫੇਰ ਟੁੱਟ ਸਕਦੇ ਆ? ਦੇਖੋ ਤੁਸੀਂ ਦੋ ਸਵਾਲ ਕੀਤੇ ਨੇ, ਇੱਕ ਪਹਿਲਾ ਹੈ ਕਿ ਸੌਖਾ ਹੋਵੇਗਾ ਜਾਂ ਨਹੀਂ ਹੋਵੇਗਾ। ਮੈਂ ਤਕਰੀਬਨ ਆਪਣੀ ਲਾਈਫ ਤੇ ਹੁਣ ਤੱਕ ਆਸ਼ਾਵਾਦੀ ਰਿਹਾ। ਉਹਦਾ ਇਹ ਹੈ ਕਿ ਸਾਡੇ ਕੋਲੇ ਸੰਭਾਵਿਤ ਮੌਕੇ ਹੈਗੇ ਨੇ ਕ੍ਰਾਈਸਿਸ ਚੋਂ ਬਾਹਰ ਨਿਕਲਣ ਲਈ। ਉਹਦੇ ਦੋ ਪੱਖ ਨੇ, ਇੱਕ
ਰਾਦਰ ਤਿੰਨ। ਇੱਕ ਤਾਂ ਇਹ ਹੈ ਕਿ ਜਿਹੜਾ ਵੀ ਅਸੀਂ ਪੈਸਾ ਸਰਕਾਰੀ ਖਜ਼ਾਨੇ 'ਚ ਲਿਆ ਸਕਦੇ ਹਾਂ ਉਹਨੂੰ ਲਿਆਉਣਾ ਚਾਹੀਦਾ ਹੈ। ਦੂਜਾ, ਸਾਡੇ ਜਿਹੜੇ ਮੁਫਤ ਸਹੂਲਤਾਂ ਤੇ ਜਿਹੜੀਆਂ ਸਬਸਿਡੀਆਂ ਨੇ ਇਹ ਟਾਰਗੇਟਡ ਹੋਣੀਆਂ ਚਾਹੀਦੀਆਂ ਤੇ ਜਿਹੜੇ ਲੋਕ ਵਾਕਈ ਡਿਜ਼ਰਵ ਕਰਦੇ ਉਹਨਾਂ ਨੂੰ ਦੇਣੀ ਚਾਹੀਦੀਆਂ। ਤੇ ਤੀਜਾ, ਡਿਸਕ੍ਰਿਸ਼ਨਰੀ ਸੰਗਤ ਦਰਸ਼ਨ ਵਾਂਗੂ ਪੈਸੇ ਜਿਹੜੇ ਆ ਉਹ ਨਹੀਂ ਰੋੜਨੇ ਚਾਹੀਦੇ, ਸਗੋਂ ਇੱਕ ਯੋਜਨਾਬੱਧ ਤਰੀਕੇ ਨਾਲ ਪੈਸੇ ਜਿਹੜੇ ਆ ਉਹ ਖਰਚ ਕਰਨੇ ਚਾਹੀਦੇ ਨੇ, ਕਿਉਂਕਿ ਇਹ ਕਿਸੇ ਪੋਲੀਟੀਕਲ ਪਾਰਟੀ ਦੇ ਪੈਸਾ ਨਹੀਂ ਹੈ, ਇਹ ਲੋਕਾਂ ਦਾ ਪੈਸਾ ਹੈ ਜਿਨ੍ਹਾਂ ਲੋਕਾਂ ਨੇ ਇਹਨਾਂ ਤੇ ਬਾਹਰ ਕਰਕੇ ਇਹਨਾਂ ਨੂੰ ਇੱਕ ਜ਼ਿੰਮੇਵਾਰੀ ਦਿੱਤੀ ਹੈ। ਤੇ ਲੋਕ ਜਿਹੜੇ ਚਾਹੁੰਦੇ ਨੇ ਕਿ ਉਹ ਪੈਸਾ ਜਿਹੜਾ ਉਹਨਾਂ ਦੇ ਮੁੱਦਿਆਂ ਤੇ ਖਰਚ ਕੀਤਾ ਜਾਵੇ, ਉਹਨਾਂ ਬੇਰੁਜ਼ਗਾਰੀ ਰੁਜ਼ਗਾਰ ਕ੍ਰੀਏਟ ਕਰਨ ਤੇ ਖਰਚ ਕੀਤਾ ਜਾਵੇ, ਕਰਜ਼ਾ ਲਾਉਣ ਦਾ ਕਰੋੜ ਮੈਪ ਤਿਆਰ ਕੀਤਾ ਜਾਵੇ। ਸਾਡਾ ਜਿਹੜਾ ਯੂਥ ਬਾਹਰ ਜਾ ਰਿਹਾ ਉਹਨੂੰ ਅਸੀਂ ਇੱਥੇ ਕਿਵੇਂ ਮੌਕੇ ਪ੍ਰਦਾਨ ਕਰਨੇ, ਉਹਨਾਂ ਤੇ ਹੋਰ ਜਿਹੜਾ ਸਾਡੇ ਨਸ਼ਿਆਂ ਦੀਆਂ ਪ੍ਰੋਬਲਮਸ ਨੇ ਉਹ, ਜਾਂ ਗਵਰਨੈਂਸ ਬਹੁਤ ਇਸ ਵੇਲੇ ਲੋੜ ਹੈ, ਜਾਂ ਪੋਲੀਟੀਕਲ ਪਾਰਟੀਆਂ ਦੀ ਜਿਹੜੀ ਕ੍ਰੈਡੀਬਿਲਿਟੀ ਤੇ ਟਰਸਟ ਡੈਫੀਸ਼ੀਐਂਸੀ ਆ ਉਹ ਕਿਵੇਂ ਠੀਕ ਕੀਤੀ ਜਾਵੇ। ਕੁਝ ਚ ਪੈਸੇ ਦੇ ਚਾਹੀਦੇ ਨੇ, ਕੁਝ ਨਹੀਂ ਪੈਸੇ ਚਾਹੀਦੇ, ਕੁਝ ਚੀਜ਼ਾਂ ਬਿਨਾਂ ਪੈਸੇ ਤੋਂ ਵੀ ਹੋ ਸਕਦੀਆਂ। ਸੋ ਮੈਨੂੰ ਉਮੀਦ ਹੈ ਕਿ ਇਹ ਜਿਹੜੀ ਸਰਕਾਰ ਹੈ, ਤੁਸੀਂ ਜੇ ਮੈਂ ਇਹ ਕਹਿਣਾ ਕਿ ਜੇ ਇਸ ਵਾਰੀ ਲੋਕਾਂ ਦਾ ਦਿਲ ਟੁੱਟ ਗਿਆ, ਜਿਹੜਾ ਕਿ ਮੈਂ ਰੱਬ ਅੱਗੇ ਅਰਦਾਸ ਕਰਦਾ ਕਿ ਬਿਲਕੁਲ ਪਰਫਾਰਮ ਕਰੇ ਤੇ ਇਹ ਲੋਕਾਂ ਦਾ ਦਿਲ ਨਾ ਟੁੱਟੇ। ਜੇ ਇਸ ਵਾਰੀ ਲੋਕ ਨਿਰਾਸ਼ ਹਤਾਸ਼ ਹੋ ਗਏ ਤਾਂ ਪੰਜਾਬ ਦੇ ਵਿੱਚ ਜਿਹੜਾ ਇੱਕ ਅਸਥਿਰਤਾ, ਜਿਹਨੂੰ ਕਹਿੰਦੇ ਆਰਥਿਕ ਅਸਥਿਰਤਾ ਪੈਦਾ ਹੋ ਸਕਦੀ ਹੈ, ਰਾਜਨੀਤਿਕ ਅਸਥਿਰਤਾ ਪੈਦਾ ਹੋ ਸਕਦੀ ਹੈ, ਸਮਾਜਿਕ ਅਸਥਿਰਤਾ ਪੈਦਾ ਹੋ ਸਕਦੀ ਹੈ। ਤੇ ਸਰਹੱਦੀ ਸੂਬਾ ਹੋਣ ਦੇ ਨਾਤੇ ਨਾ ਇੱਥੋਂ ਦੇ ਲੋਕ ਇਹ ਸਹਾਰ ਸਕਦੇ ਨੇ ਤੇ ਨਾ ਹੀ ਕੇਂਦਰ ਸਰਕਾਰ ਇਸ ਨੂੰ ਸਹਾਰ ਸਕਦੀ ਹੈ। ਮੈਨੂੰ ਲੱਗਦਾ ਕਿ ਇਸ ਵਾਰੀ ਇਸ ਮੌਕੇ ਨੂੰ ਇਸ ਆਮ ਆਦਮੀ ਪਾਰਟੀ ਨੂੰ ਬਹੁਤ ਜ਼ਿੰਮੇਵਾਰੀ ਨਾਲ ਸੰਭਾਲਣਾ ਪਏਗਾ, ਕਿਉਂਕਿ ਇਸ ਵਾਰੀ ਲੋਕਾਂ ਦਾ ਦਿਲ ਟੁੱਟ ਗਿਆ ਤੇ ਨਿਰਾਸ਼ਤਾ 'ਚ ਚਲੇ ਜਾਣਗੇ ਤੇ ਨਿਰਾਸ਼ਤਾ ਤੋਂ ਮਾੜੀ ਗੱਲ ਕੋਈ ਨਹੀਂ। ਬਿਲਕੁਲ ਬਿਲਕੁਲ। ਤਾਂ ਡਾਕਟਰ ਸਾਹਿਬ, ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ। ਤਾਂ ਇਹ ਸਨ ਡਾਕਟਰ ਸਾਹਿਬ ਜਿਨ੍ਹਾਂ ਦੇ ਵੱਲੋਂ ਇਹ ਜਿਹੜੀਆਂ ਅਹਿਮ ਖਬਰ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ, ਪੰਜਾਬ ਸਰਕਾਰ ਦੇ ਪਹਿਲੇ ਬਜਟ ਦੇ ਉੱਪਰ ਜਾਂ ਵੋਟ ਔਨ ਅਕਾਊਂਟ ਦੇ ਉੱਪਰ ਜਿਸ ਤਰੀਕੇ ਨਾਲ ਉਹਨਾਂ ਨੇ ਸਮਝਾਇਆ, ਉਹਨਾਂ ਤੇ ਵਿਚਾਰ ਪੇਸ਼ ਕੀਤੇ ਨੇ। ਉਮੀਦ ਕਰਦੇ ਹਾਂ ਕਿ ਡਾਕਟਰ ਰਣਜੀਤ ਸਿੰਘ ਘੁੰਮਣ ਸਾਹਿਬ ਦੇ ਜਿਹੜੇ ਕੀਮਤੀ ਵਿਚਾਰ ਨੇ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।